पंजाब के आईजीपी सुखचैन सिंह गिल ने अहम प्रैस कॉन्फ्रेंस जारी किया है। उन्होंने लाइव होके किहड़े वड्डे खुलासे मीडिया के सामने किए हैं, आओ तुहाडे नाल साझे करते हाँ। ਜਿਹੜੀ ਆਪਾਂ ਮਾਨਯੋਗ सीएम साहब के हुक्मां ते स्पैशल कैंपेन ਜਿਹੜੀ ਚਲਾਈ ਸੀ ਡਰੱਗਸ ਦੇ ਅਗੇਂਸਟ, ਉਹ 14 ਮਹੀਨੇ ਹੋ ਗਏ ਉਸ ਕੈਂਪੇਨ ਨੂੰ। ਜੁਲਾਈ ਦੇ ਵਿੱਚ ਸਟਾਰਟ ਕੀਤੀ ਸੀ 2022 ਦੇ ਵਿੱਚ। ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ 14 ਮਹੀਨੇ ਦਾ ਇੱਕ ਵਾਰੀ ਡਾਟਾ ਸ਼ੇਅਰ ਕਰਨਾ ਚਾਹੂੰਗਾ। 14 ਮਹੀਨੇ ਦੇ ਵਿੱਚ 14179 FIR ਦਰਜ ਕੀਤੀਆਂ ਗਈਆਂ, ਜਿਹਦੇ 'ਚ 19093 ਜਿਹੜੇ ਅਕਿਊਜ਼ਡ ਆ ਉਹ ਅਰੈਸਟ ਕੀਤੇ ਗਏ। 1717 FIR ਜਿਹੜੀਆਂ ਕਮਰਸ਼ੀਅਲ ਕੁਆਂਟਿਟੀ ਦੀਆਂ ਦਰਜ ਕੀਤੀਆਂ ਗਈਆਂ, ਜਿਹਦੇ 'ਚ 2778 ਜਿਹੜੇ ਵੱਡੇ ਸਮਗਲਰਸ ਆ ਉਹ ਗ੍ਰਿਫਤਾਰ ਕੀਤੇ ਗਏ। ਮੀਡੀਅਮ ਕੁਆਂਟਿਟੀ ਦੀਆਂ 10683 FIR ਦਰਜ ਕੀਤੀਆਂ ਗਈਆਂ। 1795 ਸਮਾਲ ਕੁਆਂਟਿਟੀ ਦੀਆਂ FIR ਦਰਜ ਕੀਤੀਆਂ ਗਈਆਂ। ਟੋਟਲ FIR ਦੇ ਵਿੱਚ ਸਭ ਤੋਂ ਵੱਧ ਜਿਹੜੀਆਂ FIR ਆ ਇਹ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ 875 FIR ਦਰਜ ਕੀਤੀਆਂ ਗਈਆਂ। 801 ਪਟਿਆਲਾ ਦੇ ਵਿੱਚ, 779 FIR ਜਿਹੜੀਆਂ ਹੈ ਉਹ ਲੁਧਿਆਣਾ ਕਮਿਸ਼ਨਰੇਟ ਦੇ ਵਿੱਚ ਦਰਜ ਕੀਤੀਆਂ ਗਈਆਂ। ਕਮਰਸ਼ੀਅਲ ਕੁਆਂਟਿਟੀ ਦੇ ਵਿੱਚ ਸਭ ਤੋਂ ਵੱਧ FIR ਹੁਸ਼ਿਆਰਪੁਰ 'ਚ 123, ਪਟਿਆਲਾ ਦੇ ਵਿੱਚ 118, STF ਦਾ ਜਿਹੜਾ ਪੁਲਿਸ ਸਟੇਸ਼ਨ SCS ਨਗਰ ਦੇ ਵਿੱਚ ਉਹਦੇ 'ਚ 115 FIR ਦਰਜ ਕੀਤੀਆਂ ਗਈਆਂ। ਇਸ ਸਮੇਂ ਦੇ ਦੌਰਾਨ ਕਾਫੀ ਵੱਡੀ ਮਾਤਰਾ ਦੇ ਵਿੱਚ ਰਿਕਵਰੀ ਹੋਈ ਹੈ, ਜਿਹਦੇ 'ਚ ਹੈਰੋਇਨ ਦੀ ਰਿਕਵਰੀ ਜਿਹੜੀ ਆ ਟੋਟਲ 1548 ਕਿਲੋ ਦੀ ਹੋਈ ਹੈ, ਜਿਹਦੇ ਵਿੱਚੋਂ 1400 ਕਿਲੋ ਦੀ ਰਿਕਵਰੀ ਪੰਜਾਬ ਦੇ ਅੰਦਰੋਂ ਹੋਈ ਆ। 147.5 ਕਿਲੋਗ੍ਰਾਮ ਦੀ ਰਿਕਵਰੀ ਜਿਹੜੀ ਆ ਗੁਜਰਾਤ ਤੇ ਮਹਾਰਾਸ਼ਟਰ ਤੋਂ, ਜਿਹਦੇ 'ਚ ਪੰਜਾਬ ਪੁਲਿਸ ਦਾ ਇਫੈਕਟਿਵ ਰੋਲ ਸੀਗਾ, ਉੱਥੋਂ ਰਿਕਵਰੀ ਕੀਤੀ ਗਈ ਹੈ। OPM ਦੀ 871 ਕਿਲੋਗ੍ਰਾਮ ਦੀ ਰਿਕਵਰੀ ਹੋਈ ਹੈ। ਪੌਪੀ ਹਸਕ ਦੀ 44630 ਕਿਲੋਗ੍ਰਾਮ ਦੀ ਰਿਕਵਰੀ ਹੈ। ਗਾਂਜਾ ਦੀ 1017 ਕਿਲੋਗ੍ਰਾਮ ਦੀ, ਔਰ ਇੰਜੈਕਸ਼ਨ ਟੈਬਲੇਟਸ ਜਿਹੜੇ ਨੇ ਬੜੀ ਵੱਡੀ ਕੁਆਂਟਿਟੀ ਦੇ ਵਿੱਚ 90,59,637 ਜਿਹੜੇ ਯੂਨਿਟਸ ਨੇ ਉਹ ਜਿਹੜੇ ਸੀਜ਼ ਕੀਤੇ ਗਏ ਆ। ਔਰ 13,96,36,00,000 ਰੁਪਏ ਦੀ ਜਿਹੜੀ ਹੈ ਡਰੱਗ ਮਨੀ ਦੀ ਰਿਕਵਰੀ ਕੀਤੀ ਗਈ। ਇਸ ਸਮੇਂ ਦੇ ਦੌਰਾਨ ਸਪੈਸ਼ਲ ਕੈਂਪੇਨ ਚਲਾਇਆ ਗਿਆ ਸੀਗਾ POs ਦੇ ਖਿਲਾਫ ਵੀ। NDPS ਐਕਟ ਦੇ PO ਜਿਹੜੇ ਨੇ 1062 PO ਇਸ ਸਮੇਂ ਦੇ ਦੌਰਾਨ ਫੜੇ ਗਏ ਆ। ਸੋ ਇਸੇ ਤਰ੍ਹਾਂ ਹੀ ਜਿਹੜਾ ਪਿਛਲਾ ਮਹੀਨਾ ਨਿਕਲਿਆ ਅਗਸਤ ਦਾ ਮਹੀਨਾ, ਉਸ ਮਹੀਨੇ ਦੇ ਦੌਰਾਨ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਰਿਕਵਰੀਜ਼ ਹੋਈਆਂ। ਅਗਸਤ ਦੇ ਮਹੀਨੇ 'ਚ ਟੋਟਲ 952 FIR ਦਰਜ ਕੀਤੀਆਂ ਗਈਆਂ, ਜਿਹਦੇ 'ਚ 1330 ਜਿਹੜੇ ਨੇ ਸਮਗਲਰਸ ਉਹਨਾਂ ਨੂੰ ਅਰੈਸਟ ਕੀਤਾ ਗਿਆ। ਇਹਦੇ 'ਚ 117 FIR ਜਿਹੜੀਆਂ ਨੇ ਕਮਰਸ਼ੀਅਲ ਕੁਆਂਟਿਟੀ ਦੀਆਂ, ਜਿਹਦੇ 'ਚ 183 ਵੱਡੇ ਸਮਗਲਰਸ ਨੂੰ ਅਰੈਸਟ ਕੀਤਾ ਗਿਆ। ਰਿਕਵਰੀ ਜਿਹੜੀ ਹੋਈ ਆ ਅਗਸਤ ਮਹੀਨੇ ਦੇ ਦੌਰਾਨ ਹੀ 240 ਕਿਲੋਗ੍ਰਾਮ ਦੀ ਹੈਰੋਇਨ ਦੀ ਰਿਕਵਰੀ ਹੋਈ ਆ, 43 ਕਿਲੋਗ੍ਰਾਮ ਦੀ OPM ਦੀ ਰਿਕਵਰੀ ਹੋਈ ਹੈ, ਔਰ 1,94,290 ਜਿਹੜੇ ਨੇ ਇੰਜੈਕਸ਼ਨ ਟੈਬਲੇਟਸ ਦੀ ਰਿਕਵਰੀ ਹੋਈ ਹੈ, ਔਰ 70 ਲੱਖ ਤੋਂ ਉੱਪਰ ਦਾ ਡਰੱਗ ਮਨੀ ਰਿਕਵਰ ਹੋਇਆ ਹੈ। POs ਜਿਹੜੇ ਨੇ NDPS ਐਕਟ ਦੇ ਉਹ 49 PO ਜਿਹੜੇ ਨੇ ਅਰੈਸਟ ਕੀਤੇ ਗਏ। ਇਸ ਸਮੇਂ ਦੇ ਦੌਰਾਨ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੀਆਂ ਇਹ ਰਿਕਵਰੀ ਦੇ ਵਿੱਚ ਹੀ ਜਿਹੜੀ 41 ਕਿਲੋ ਦੀ ਰਿਕਵਰੀ STF ਵੱਲੋਂ ਕੀਤੀ ਗਈ ਆ। ਇੱਕ 29 ਕਿਲੋ ਦੀ ਰਿਕਵਰੀ ਜਿਹੜੀ ਆ ਉਹ ਪੰਜਾਬ ਪੁਲਿਸ ਨੇ ਕੀਤੀ ਹੈ ਇਨ ਜੁਆਇੰਟ ਆਪਰੇਸ਼ਨ ਵਿਦ BSF। 77 ਕਿਲੋ ਦੀ ਇੱਕ ਰਿਕਵਰੀ ਹੋਈ ਹੈ, ਜਿਹਦੇ 'ਚ 2 ਖੇਪ ਬਰਾਮਦ ਹੋਈਆਂ ਸੀਗੀਆਂ, ਇੱਕ 41 ਕਿਲੋ ਦੀ, ਇੱਕ 36 ਕਿਲੋ ਦੀ। ਇਸ ਤੋਂ ਇਲਾਵਾ ਅੰਮ੍ਰਿਤਸਰ ਜਿਹੜੀ ਰੂਰਲ ਪੁਲਿਸ ਆ ਉਹਨਾਂ ਨੇ ਇੱਕ 12 ਕਿਲੋ ਦੀ। ਸੋ 240 ਕਿਲੋਗ੍ਰਾਮ ਜਿਹੜੀ ਅਗਸਤ ਦੇ ਮਹੀਨੇ 'ਚ ਰਿਕਵਰੀ ਹੋਈ ਹੈ। ਉਹਦੇ ਵਿੱਚ ਫਰਦਰ ਜਦੋਂ ਆਪਾਂ ਉਹਨੂੰ ਐਨਾਲਾਈਜ਼ ਕਰਦੇ ਹਾਂ ਤਾਂ ਬਹੁਤ ਵੱਡੀ ਮਾਤਰਾ ਦੇ ਵਿੱਚ ਵੱਡੀਆਂ ਰਿਕਵਰੀਜ਼ ਹੈਰੋਇਨ ਦੀਆਂ ਜਿਹੜੀਆਂ ਹੈ ਉਹ ਪੰਜਾਬ ਪੁਲਿਸ ਨੇ BSF ਦੇ ਨਾਲ ਮਿਲ ਕੇ ਵੀ ਕੀਤੀਆਂ, ਔਰ ਸਪੈਸ਼ਲ ਜਿਹੜੇ ਸੈੱਲ ਪੰਜਾਬ ਪੁਲਿਸ ਦੇ ਆ SSOC ਜਿਹੜਾ ਹੈ ਉਹਨਾਂ ਨੇ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਰਿਕਵਰੀਆਂ ਕੀਤੀਆਂ। ਇਸ ਵੀਕ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਇਹ ਕੈਂਪੇਨ ਲਗਾਤਾਰ ਜਾਰੀ ਹੈ। ਇਸ ਹਫਤੇ ਦੇ ਵਿੱਚ 242 FIR ਦਰਜ ਹੋਈਆਂ, ਜਿਹਦੇ 'ਚ 333 ਜਿਹੜੇ ਨੇ ਅਕਿਊਜ਼ਡ ਗ੍ਰਿਫਤਾਰ ਕੀਤੇ ਗਏ ਆ, ਔਰ ਇਹਦੇ ਵਿੱਚੋਂ 27 ਕਮਰਸ਼ੀਅਲ ਕੁਆਂਟਿਟੀ ਦੀਆਂ FIR, 45 ਜਿਹੜੇ ਬੰਦੇ ਨੇ ਵੱਡੇ ਸਮਗਲਰ ਉਹ ਅਰੈਸਟ ਕੀਤੇ ਗਏ। ਔਰ ਜਿਹੜੀਆਂ ਰਿਕਵਰੀਜ਼ ਹੋਈਆਂ ਨੇ, ਹੈਰੋਇਨ ਦੀ ਰਿਕਵਰੀ 28 ਕਿਲੋ ਤੋਂ ਉੱਪਰ ਦੀ ਇਸ ਹਫਤੇ ਦੇ ਦੌਰਾਨ ਹੋਈ ਹੈ। ਪੌਪੀ ਹਸਕ ਦੀ 636 ਕਿਲੋ ਦੀ ਰਿਕਵਰੀ ਹੋਈ ਹੈ, ਔਰ ਟੈਬਲੇਟ ਕੈਪਸੂਲ ਜਿਹੜੇ ਨੇ ਉਹ 1,21,760 ਜਿਹੜੇ ਨੇ ਉਹ ਜਿਹੜੀ ਰਿਕਵਰੀ ਕੀਤੀ ਗਈ ਇਸ ਹਫਤੇ ਦੇ ਦੌਰਾਨ। 11 PO ਜਾਂ ਸਕਾਂਡਰ ਜਿਹੜੇ NDPS ਐਕਟ ਦੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ। ਸੋ ਇਹ ਜਿਹੜਾ ਕੈਂਪੇਨ ਚੱਲ ਰਿਹਾ ਸੀਗਾ, ਇਹਨੂੰ ਹੋਰ ਅਗਰੈਸਿਵ ਤਰੀਕੇ ਨਾਲ ਕਰਨ ਵਾਸਤੇ ਜਿਸ ਤਰ੍ਹਾਂ ਮਾਨਯੋਗ CM ਸਾਹਿਬ ਨੇ 15 ਅਗਸਤ ਤੇ ਅਨਾਉਂਸ ਕੀਤਾ ਹੈ ਕਿ ਇਹਨੂੰ ਹੋਰ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਪੰਜਾਬ ਦੇ ਵਿੱਚ ਉਹ ਨਸ਼ੇ ਦਾ ਜਿਹੜਾ ਖਾਤਮਾ ਕੀਤਾ ਜਾਵੇ।
ਸੋ ਪੰਜਾਬ ਪੁਲਿਸ ਨੇ ਡੀਜੀਪੀ ਸਾਹਿਬ ਦੇ ਨਿਰਦੇਸ਼ਾਂ ਦੇ ਹੇਠ ਸਪੈਸ਼ਲ ਇੱਕ ਮੀਟਿੰਗ ਵੀ ਕੀਤੀ ਗਈ ਪਿਛਲੇ ਹਫਤੇ। ਇੱਕ ਮੀਟਿੰਗ ਕੀਤੀ ਗਈ ਸੀ ਕਿ ਕਮਿਸ਼ਨਰਸ, ਆਈਜੀ ਰੇਂਜਿਸ ਔਰ ਐਸਐਸਪੀਜ਼ ਦੇ ਨਾਲ। ਉਸ ਤੋਂ ਬਾਅਦ ਇੱਕ ਪੰਜਾਬ ਲੈਵਲ ਦੇ ਉੱਤੇ ਥਰੂ ਵੀਸੀ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇੱਕ ਮੀਟਿੰਗ ਕੀਤੀ ਗਈ, ਜਿਹਦੇ 'ਚ ਚੌਕੀ ਇੰਚਾਰਜ ਤੋਂ ਲੈ ਕੇ ਐਸਐਚਓ, ਡੀਐਸਪੀ, ਸਾਰੇ ਐਸਐਸਪੀ, ਸੀਪੀਜ਼ ਦੇ ਨਾਲ ਕੀਤੀ ਔਰ ਮਲਟੀ ਪ੍ਰੋਂਗ ਸਟ੍ਰੈਟਜੀ ਬਣਾਈ ਗਈ ਇਹਦੇ ਵਿੱਚ, ਜਿਹਦੇ ਨਾਲ ਤਾਂ ਜੋ ਪੰਜਾਬ 'ਚੋਂ ਨਸ਼ੇ ਦਾ ਖਾਤਮਾ ਕੀਤਾ ਜਾ ਸਕੇ। ਉਹਦੇ ਕੁਝ ਪਹਿਲੂ ਮੈਂ ਦੱਸਣਾ ਚਾਹੂੰਗਾ। ਇੱਕ ਤਾਂ ਜਿਹੜਾ ਆਪਰੇਸ਼ਨਲ ਜਿਹੜਾ ਸਾਡਾ ਪੁਲਿਸਿੰਗ ਜਿਹੜੀ ਚੱਲ ਰਹੀ ਆ, ਜਿਹਦੇ 'ਚ ਮੇਨਲੀ ਸਪਲਾਈ ਲਾਈਨ ਨੂੰ ਕੱਟ ਕਰਨ ਵਾਸਤੇ ਜੋ ਆਪਾਂ ਕਰ ਰਹੇ ਹਾਂ, ਜਿਹੜੀ ਇਨਫੋਰਸਮੈਂਟ ਆ। ਸੋ ਉਹਦੇ 'ਚ ਦੂਸਰੀ ਚੀਜ਼ ਜਿਹੜੀ ਹੈ ਕਿ ਸਟਰੀਟ ਲੈਵਲ ਦੇ ਉੱਤੇ ਜਿਹੜੇ ਪੈਡਲਰਸ, ਜਿਹੜੇ ਸਮਗਲਰਸ ਆ, ਉਹਨਾਂ 'ਤੇ ਫੋਕਸ ਕੀਤਾ ਜਾਵੇ ਔਰ ਕੰਜ਼ਿਊਮਰ ਜਿਹੜੇ ਨੇ ਉਹਨਾਂ ਨੂੰ ਵਿਕਟਿਮ ਦੇ ਤੌਰ 'ਤੇ ਟ੍ਰੀਟ ਕੀਤਾ ਜਾਵੇ, ਨਾ ਕਿ ਉਹਨਾਂ ਨੂੰ ਦੋਸ਼ੀ ਦੇ ਤੌਰ 'ਤੇ। ਔਰ ਉਹਨਾਂ ਵਾਸਤੇ ਕੀ ਆਪਾਂ ਕਰ ਸਕਦੇ ਹਾਂ ਉਹ ਫਰਦਰ ਮੈਂ ਹੋਰ ਐਲੈਬੋਰੇਟ ਕਰਾਂਗਾ। ਇਸੇ ਤਰ੍ਹਾਂ ਡਰੱਗ ਓਵਰਡੋਜ਼ ਡੈਥ ਜਿਹੜੀਆਂ ਨੇ, ਭਾਵੇਂ ਕਿ ਪਿਛਲੇ ਸਾਲ ਨਾਲੋਂ ਘਟੀਆਂ ਨੇ ਕੁਝ ਸਾਲਾਂ ਨਾਲੋਂ, ਪਰ ਇਸ 'ਤੇ ਵੀ ਸਪੈਸ਼ਲ ਫੋਕਸ ਕੀਤਾ ਜਾਊਗਾ। ਹਰ ਜਿਹੜੀ ਡੈਥ ਆ ਉਹਨੂੰ ਐਨਾਲਾਈਜ਼ ਕੀਤਾ ਜਾਊਗਾ ਔਰ ਜਿੱਥੇ ਕਿਸੇ ਦਾ ਕਸੂਰ ਪਾਇਆ ਜਾਂਦਾ ਹੈ, ਕਿਸੇ ਬੰਦੇ ਦਾ ਜਿਹਨੇ ਉਸ ਬੰਦੇ ਦੀ ਮੌਤ ਦੇ ਵਾਸਤੇ ਜਿਹੜਾ ਜ਼ਿੰਮੇਵਾਰ, ਉਹਦੇ ਖਿਲਾਫ 304 ਦਾ ਪਰਚਾ ਵੀ ਦਰਜ ਕੀਤਾ ਜਾਊਗਾ। ਸੋ ਵੱਡੇ ਸਮਗਲਰਾਂ ਦੇ ਪਿੱਛੇ ਜਾਣ ਵਾਸਤੇ ਸਪੈਸ਼ਲ ਦਿਸ਼ਾ ਨਿਰਦੇਸ਼ ਕੀਤੇ ਗਏ ਆ, ਜਿਹਦੇ 'ਚ ਉਹਨਾਂ ਦੀ ਪ੍ਰਾਪਰਟੀ ਫੋਰਫੀਚਰ ਆ 68 ਐਫ ਐਨਡੀਪੀਐਸ ਐਕਟ ਦੇ ਤਹਿਤ, ਫਿਰ ਪਿਟ ਐਨਡੀਪੀਐਸ ਐਕਟ ਦੇ ਪ੍ਰਪੋਜ਼ਲ ਬਣਾਏ ਜਾਣਗੇ। ਔਰ ਸਭ ਤੋਂ ਜਿਹੜੀ ਇੱਕ ਹੋਰ ਗੱਲ ਜਿਹੜਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਕਿ ਫਾਰਮਾਸਿਊਟੀਕਲ ਡਰੱਗਸ ਦੇ ਉੱਤੇ ਵੀ ਪੂਰਾ ਫੋਕਸ ਕੀਤਾ ਜਾਊਗਾ। ਇੱਕ ਕੁਝ ਕੇਸਾਂ ਦੇ ਵਿੱਚ ਕਈ ਵਾਰੀ ਜਿਹੜੇ ਵੱਡੇ ਸਮਗਲਰਸ ਹੁੰਦੇ ਆ ਉਹ ਬੇਲ ਲੈ ਜਾਂਦੇ ਆ, ਜਿੱਥੇ ਚਾਰਜ ਸ਼ੀਟ ਸਮੇਂ ਸਿਰ ਨਹੀਂ ਦਿੱਤੀ ਜਾਂਦੀ। ਸੋ ਉਹ ਕੇਸ ਵੀ ਐਨਾਲਾਈਜ਼ ਕੀਤੇ ਗਏ ਆ। ਕੁਝ ਆਫੀਸਰਸ ਨੂੰ ਨੋਟਿਸਿਸ ਇਸ਼ੂ ਕੀਤੇ ਗਏ ਆ। ਐਸਐਚਓਜ਼ ਦੇ ਖਿਲਾਫ ਡਿਪਾਰਟਮੈਂਟਲ ਇਨਕੁਆਇਰੀ ਇਨੀਸ਼ੀਏਟ ਕੀਤੀ ਗਈ ਜਿੱਥੇ ਨਹੀਂ ਹੋਈ ਸੀ। ਕੁਝ ਡੀਐਸਪੀਜ਼ ਨੂੰ ਔਰ ਉਸ ਤੋਂ ਉੱਪਰ ਦੇ ਅਫਸਰਾਂ ਨੂੰ ਵੀ ਨੋਟਿਸ ਇਸ਼ੂ ਕੀਤੇ ਗਏ ਆ। ਔਰ ਫਿਊਚਰ ਦੇ ਵਿੱਚ ਵੀ ਡੀਜੀਪੀ ਸਾਹਿਬ ਵੱਲੋਂ ਬੜੇ ਸਖਤ ਦਿਸ਼ਾ ਨਿਰਦੇਸ਼ ਹੈ ਕਿ ਡਿਫਾਲਟ ਬੇਲ ਨਹੀਂ ਹੋਣੀ ਚਾਹੀਦੀ। ਜਿੱਥੇ ਵੀ ਕੋਈ ਵੱਡਾ ਸਮਗਲਰ ਫੜਿਆ ਜਾਂਦਾ ਉਹਦੀ ਤੁਰੰਤ ਚਾਰਜ ਸ਼ੀਟ ਸਟਿਪੂਲੇਟਡ ਟਾਈਮ ਦੇ ਵਿੱਚ ਕੋਰਟ ਦੇ ਵਿੱਚ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜਿਹੜਾ ਦੂਸਰਾ ਪਾਰਟ ਹੈ, ਇਹਦਾ ਦੂਸਰਾ ਪਹਿਲੂ ਆ, ਉਹ ਹੈਗਾ ਕਿ ਪਬਲਿਕ ਕੰਟੈਕਟ ਪ੍ਰੋਗਰਾਮ ਚਲਾਏ ਜਾਣਗੇ, ਜਿਹਦੇ ਵਿੱਚ ਅਗਲੇ 15 ਤੋਂ 20 ਦਿਨਾਂ ਦੇ ਵਿੱਚ ਸਾਰੇ ਸੀਪੀ, ਐਸਐਸਪੀਜ਼, ਆਈਜੀ ਰੇਂਜਿਸ ਪਬਲਿਕ ਮੀਟਿੰਗ ਕੰਡਕਟ ਕਰਨਗੇ, ਜਿਹਦੇ 'ਚ ਸਾਰੇ ਪਿੰਡਾਂ ਨੂੰ, ਸਾਰੇ ਮੁਹੱਲਿਆਂ ਨੂੰ ਕਵਰ ਕੀਤਾ ਜਾਊਗਾ। ਔਰ ਇਹ ਪਬਲਿਕ ਮੀਟਿੰਗ ਜਿਹੜੀਆਂ, ਇਹਦਾ ਸਭ ਤੋਂ ਵੱਡੀ ਗੱਲ ਹੈ ਕਿ ਇਹ ਕੋਈ ਮੀਡੀਆ ਵਾਸਤੇ ਜਾਂ ਦਿਖਾਵੇ ਵਾਸਤੇ ਨਹੀਂ ਕੀਤੀ ਜਾਊਗੀ। ਇਹ ਪਬਲਿਕ ਮੀਟਿੰਗ ਅਸਲੀਅਤ ਦੇ ਵਿੱਚ ਗਰਾਊਂਡ ਲੈਵਲ 'ਤੇ ਜਾ ਕੇ ਲੋਕਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪ੍ਰੋਪਰ ਫੀਡਬੈਕ ਲੈ ਕੇ ਉਸ ਵਾਸਤੇ ਕੀਤੀ ਜਾਊਗੀ। ਔਰ ਉਸ ਤੋਂ ਬਾਅਦ ਰੈਲੀਜ਼, ਵਰਕਸ਼ਾਪ, ਸੈਮੀਨਾਰਸ ਕੀਤੇ ਜਾਣਗੇ। ਪੁਲਿਸ ਸਟੇਸ਼ਨ ਲੈਵਲ ਤੱਕ, ਚੌਕੀ ਲੈਵਲ ਤੱਕ, ਜੇਲ ਲੈਵਲ ਤੱਕ ਲੈ ਕੇ ਜਾਊਗਾ ਇਹਨਾਂ ਨੂੰ। ਔਰ ਇਹਦੇ ਵਿੱਚ ਸਕੂਲ ਦੇ ਬੱਚੇ, ਕਾਲਜਿਸ ਦੇ ਬੱਚੇ, ਐਨਜੀਓਜ਼, ਫਿਰ ਮੋਬਾਈਲ ਵੈਨਸ ਚਲਾਈਆਂ ਜਾਣਗੀਆਂ, ਜਿਹਦੇ ਵਿੱਚ ਆਡੀਓ ਵਿਜ਼ੂਅਲ ਮਟੀਰੀਅਲ ਹੋਏਗਾ ਡਰੱਗਸ ਦੇ ਅਗੇਂਸਟ ਕੈਂਪੇਨ ਵਾਸਤੇ। ਇਸੇ ਤਰ੍ਹਾਂ ਹੀ ਕੁਝ ਜਿਹੜੇ ਆਉਂਦੇ ਦਿਨਾਂ ਦੇ ਵਿੱਚ ਜਿਹੜੇ ਇਨਫਲੂਐਂਸਰਸ ਆ ਜਾਂ ਸੈਲੀਬ੍ਰਿਟੀਜ਼ ਆ, ਉਹਨਾਂ ਨੂੰ ਵੀ ਇਨਵੋਲਵ ਕੀਤਾ ਜਾਏਗਾ ਤਾਂ ਜੋ ਯੂਥ ਨੂੰ ਮੋਟੀਵੇਟ ਕੀਤਾ ਜਾ ਸਕੇ। ਜਿਸ ਤਰ੍ਹਾਂ ਤੁਸੀਂ ਪਿੱਛੇ ਦੇਖਿਆ 1-2 ਦਿਨ ਪਹਿਲਾਂ ਇੱਕ ਸੈਲੀਬ੍ਰਿਟੀ, ਉਹਨਾਂ ਨੂੰ ਵੀ ਇਨਵੋਲਵ ਕੀਤਾ ਗਿਆ। ਡੀਜੀਪੀ ਸਾਹਿਬ ਨੇ ਧੰਨਵਾਦ ਵੀ ਕੀਤਾ ਔਰ ਆਉਂਦੇ ਦਿਨਾਂ ਦੇ ਵਿੱਚ ਹੋਰ ਸੈਲੀਬ੍ਰਿਟੀਜ਼ ਨੂੰ ਵੀ ਇਨਵੋਲਵ ਕੀਤਾ ਜਾਏਗਾ। ਫਿਰ ਜਿਹੜੀਆਂ ਨਸ਼ਾ ਵਿਰੋਧੀ ਕਮੇਟੀਜ਼ ਬਣੀਆਂ ਹੋਈਆਂ ਉਹਨਾਂ ਨਾਲ ਵੀ ਪ੍ਰੋਪਰਲੀ ਤਾਲਮੇਲ ਕੀਤਾ ਜਾਏਗਾ ਔਰ ਉਹਨਾਂ ਨੂੰ ਇਹ ਗੁਜ਼ਾਰਿਸ਼ ਵੀ ਕੀਤੀ ਜਾਏਗੀ ਕਿ ਇਨਫੋਰਮੇਸ਼ਨ ਸ਼ੇਅਰ ਕਰਨ, ਆਪਣੇ ਲੈਵਲ ਤੇ ਕਾਰਵਾਈ ਨਾ ਕਰਨ ਪਰ ਪੁਲਿਸ ਤੋਂ ਸਹਿਯੋਗ ਲੈਣ, ਪੁਲਿਸ ਦਾ ਸਹਿਯੋਗ ਕਰਨ ਇਸ ਮੁੱਦੇ ਦੇ ਵਿੱਚ। ਇਸ ਤੋਂ ਇਲਾਵਾ ਜਿਹੜਾ ਤੀਸਰਾ ਪਾਰਟ ਆ ਜਿਹੜਾ ਇਹਦਾ, ਉਹ ਬੜਾ ਇੰਪੋਰਟੈਂਟ ਆ ਕਿ ਡਿਮਾਂਡ ਰਿਡਕਸ਼ਨ ਦੇ ਉੱਤੇ ਫੋਕਸ ਕੀਤਾ ਜਾਊਗਾ। ਉਹਦੇ ਵਿੱਚ ਡਿਮਾਂਡ ਰਿਡਕਸ਼ਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਕੰਜ਼ਿਊਮਰਸ ਨੂੰ ਆਇਡੈਂਟੀਫਾਈ ਕਰਕੇ ਫਿਰ ਜਿਹੜੇ ਡੀ ਐਡਿਕਸ਼ਨ ਸੈਂਟਰ ਆ ਪੁਲਿਸ ਤਾਲਮੇਲ ਕਰੇਗੀ, ਬਾਕੀ ਜਿਹੜੇ ਡਿਪਾਰਟਮੈਂਟਸ ਆ ਉਹਨਾਂ ਦੇ ਨਾਲ ਤਾਲਮੇਲ ਕਰਕੇ ਵਿਜ਼ਿਟ ਕੀਤਾ ਜਾਏਗਾ ਔਰ ਉਹਨਾਂ ਨੂੰ ਹੋਰ ਇਫੈਕਟਿਵ ਬਣਾਇਆ ਜਾਏਗਾ, ਡੀ ਐਡਿਕਸ਼ਨ ਸੈਂਟਰਸ ਨੂੰ, ਓਟ ਸੈਂਟਰਸ ਨੂੰ। ਇਸ ਤੋਂ ਇਲਾਵਾ 4 ਮੇਨ ਡਿਪਾਰਟਮੈਂਟ ਆ। ਇੱਕ ਤਾਂ ਪੰਜਾਬ ਪੁਲਿਸ ਕਰ ਹੀ ਰਹੀ ਆ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜਾ ਹੈ ਉਹਦਾ ਯੋਗਦਾਨ ਲਿਆ ਜਾਏਗਾ, ਹੈਲਥ ਡਿਪਾਰਟਮੈਂਟ, ਐਜੂਕੇਸ਼ਨ ਡਿਪਾਰਟਮੈਂਟ ਤੇ ਸਪੋਰਟਸ ਡਿਪਾਰਟਮੈਂਟ। ਇਹਨਾਂ ਨੂੰ ਪੂਰੀ ਤਰ੍ਹਾਂ ਇਨਵੋਲਵ ਕੀਤਾ ਜਾਏਗਾ। ਸਕਿੱਲ ਡਿਵੈਲਪਮੈਂਟ ਪ੍ਰੋਜੈਕਟਸ ਚਲਾਏ ਜਾਣਗੇ ਜ਼ਿਲ੍ਹਿਆਂ ਦੇ ਵਿੱਚ ਔਰ ਜਿੱਥੇ ਜਿੱਥੇ ਕਿਸੇ ਨੂੰ ਫਾਈਨੈਂਸਿੰਗ ਦੀ ਲੋੜ ਆ ਉਹ ਵੀ ਕੋਆਰਡੀਨੇਸ਼ਨ ਪੁਲਿਸ ਵੀ ਬਾਕੀ ਮਹਿਕਮਿਆਂ ਦੇ ਨਾਲ ਕਰਕੇ ਮਾਈਕਰੋ ਫਾਈਨੈਂਸਿੰਗ ਤੱਕ ਦੀ ਜਿਹੜੀ ਫੈਸਿਲਿਟੀ ਆ ਉਹ ਬੱਚਿਆਂ ਨੂੰ, ਜਿਹੜੇ ਸਾਡੇ ਯੂਥ ਆ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਏਗੀ। ਇਸ ਤੋਂ ਇਲਾਵਾ ਇੱਕ ਨਾਰਕੋਟਿਕ ਕੋਆਰਡੀਨੇਸ਼ਨ ਸੈਂਟਰ ਹੁੰਦਾ ਜਿਹਨੂੰ ਐਨਸੀਬੀ ਜਿਹੜੀ ਆ ਉਹ ਕੋਆਰਡੀਨੇਟ ਕਰਦੀ ਆ। ਇਹਦੀ ਡਿਸਟ੍ਰਿਕਟ ਲੈਵਲ ਦੇ ਉੱਤੇ ਡਿਪਟੀ ਕਮਿਸ਼ਨਰ ਦੇ ਅੰਡਰ ਔਰ ਸਟੇਟ ਲੈਵਲ ਦੇ ਉੱਤੇ ਵੀ ਇਹਦੀਆਂ ਮੀਟਿੰਗਸ ਹੁੰਦੀਆਂ ਔਰ ਹਰ ਮਹੀਨੇ ਇੱਕ ਮੀਟਿੰਗ ਕੀਤੀ ਜਾਏਗੀ ਡਿਸਟ੍ਰਿਕਟ ਲੈਵਲ ਦੇ ਉੱਤੇ, ਕੋਆਰਡੀਨੇਸ਼ਨ ਮੀਟਿੰਗ,
ਜਿਹਦੇ ਵਿੱਚ ਇਨਫੋਰਸਮੈਂਟ ਤੋਂ ਇਲਾਵਾ ਬਾਕੀ ਇਸ਼ੂਜ਼ ਜਿਹੜੇ ਨੇ ਉਹ ਵੀ ਸਾਰੇ ਵਿਚਾਰੇ ਜਾਣਗੇ। ਸੋ ਆਉਂਦੇ ਦਿਨਾਂ ਦੇ ਵਿੱਚ ਇਹ ਜਿਹੜੀ ਮੈਂ ਹੁਣੇ ਐਲੈਬੋਰੇਟ ਕੀਤਾ ਵਾ ਇਹਨੂੰ ਇਫੈਕਟਿਵਲੀ ਚਲਾਇਆ ਜਾਊਗਾ। ਔਰ ਸਭ ਤੋਂ ਜ਼ਿਆਦਾ ਯੋਗਦਾਨ ਜਿਹੜਾ ਸਾਨੂੰ ਚਾਹੀਦਾ ਹੋਏਗਾ ਇਹਦੇ ਵਿੱਚ ਉਹ ਤੁਹਾਡਾ ਯੋਗਦਾਨ ਚਾਹੀਦਾ ਹੋਏਗਾ, ਮੀਡੀਆ ਦਾ ਯੋਗਦਾਨ ਚਾਹੀਦਾ ਹੋਏਗਾ, ਕਿਉਂਕਿ ਆਪਣਾ ਏਮ ਸਾਰਿਆਂ ਦਾ ਇਹੀ ਆ, ਆਪਾਂ ਕੋਈ ਇਹ ਵਿਖਾਵੇ ਵਾਸਤੇ ਨਹੀਂ ਕਰਨਾ ਸਾਰਿਆਂ ਨੇ, ਇਹਨੂੰ ਵਾਕਈ ਆਪਾਂ ਜੜ ਤੋਂ ਖਤਮ ਕਰਨ ਵਾਸਤੇ ਕਰਨਾ ਹੈ। ਸੋ ਡਰੱਗਸ ਦੇ ਅਗੇਂਸਟ ਜਿੱਦਾਂ ਆਪਰੇਸ਼ਨਲ ਜਿਹੜਾ ਮੈਂ ਪਾਰਟ ਆ ਹੁਣ ਤੱਕ ਦੱਸਦਾ ਆਇਆ ਹੈ ਔਰ ਉਹ ਚੱਲ ਵੀ ਰਿਹਾ ਵਾ, ਇਹ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਪਬਲਿਕ ਜਿਹੜੀ ਇਨਵੋਲਵਮੈਂਟ ਉਹ ਪਲੱਸ ਜਿਹੜੀ ਉਹਨਾਂ ਦੀ ਇੰਪਲੋਇਮੈਂਟ ਆ ਜਿਹੜੀ ਯੂਥ ਦੀ ਉਸ 'ਤੇ ਵੀ ਫੋਕਸ ਕੀਤਾ ਜਾਏਗਾ। ਔਰ ਜਿਸ ਤਰ੍ਹਾਂ ਆਪਾਂ ਆਲਰੇਡੀ ਦੇਖਿਆ ਕਿ ਪੰਜਾਬ ਪੁਲਿਸ ਦੇ ਵਿੱਚ ਹਰ ਸਾਲ ਜਿਹੜੀ ਆ 1800 ਕਾਂਸਟੇਬਲ 300 ਸਬ ਇੰਸਪੈਕਟਰ ਦੀ ਭਰਤੀ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਮਾਨਯੋਗ ਸੀਐਮ ਸਾਹਿਬ ਵੱਲੋਂ, ਉਹ ਵੀ ਇਹਦਾ ਹੀ ਪਾਰਟ ਆ, ਉਹਦਾ ਵੀ ਇਹਦੇ ਵਿੱਚ ਵੀ ਇਹੀ ਏਮ ਆ ਕਿ ਜੇ 1800 ਭਰਤੀ ਹੋਣੀ ਹੈ ਕਮ ਸੇ ਕਮ 2 3 4 ਲੱਖ ਜਿਹੜੇ ਬੱਚੇ ਅਪਲਾਈ ਕਰਦੇ ਆ ਉਹ ਵੀ ਡਰੱਗਸ ਨੂੰ ਛੱਡ ਕੇ ਆਪਣੀ ਤਿਆਰੀ ਕਰਨ, ਫਿਜ਼ੀਕਲ ਫਿਟਨੈਸ ਵਾਸਤੇ ਤਿਆਰੀ ਕਰਨ। ਸੋ ਇਹ ਸਾਰਾ ਅਸੀਂ ਜਿਹੜਾ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਔਰ ਮਾਨਯੋਗ ਸੀਐਮ ਸਾਹਿਬ ਦੀਆਂ ਇੰਸਟਰਕਸ਼ਨਸ ਦੇ ਉੱਤੇ ਇਹ ਜਿਹੜਾ ਕੈਂਪੇਨ ਆ ਇਹਨੂੰ ਹੁਣ ਇੱਕ ਨਵੇਂ ਢੰਗ ਦੇ ਨਾਲ ਹੋਰ ਨਵੇਂ ਤਰੀਕੇ ਦੇ ਨਾਲ ਐਲੈਬੋਰੇਟ ਕਰਕੇ ਅਗਲੇ ਕੁਝ ਦਿਨਾਂ ਦੇ ਵਿੱਚ ਤੁਹਾਨੂੰ ਰਿਜ਼ਲਟ ਦੇਖਣ ਨੂੰ ਮਿਲਣਗੇ। ਸਰ 92 ਜਿਹੜੇ ਵੱਡੇ ਨਸ਼ਾ ਤਸਕਰ ਦੀ ਲਿਸਟ ਤੁਸੀਂ ਤਿਆਰ ਕੀਤੀ, ਉਹਨਾਂ ਦੀ ਪ੍ਰੋਪਰ ਡੇਟ ਹੈ, ਹੁਣ ਤੱਕ ਦੀ ਅਪਡੇਟ ਕੀ ਹੈ ਜਿਸ ਦੀ ਮੀਟਿੰਗ ਹੋਈ? ਦੇਖੋ ਹੁਣ ਤੱਕ ਅਸੀਂ ਜਿੱਦਾਂ ਮੈਂ ਪਿਛਲੀ ਵਾਰੀ ਦੱਸਿਆ ਸੀਗਾ 24 ਕਰੋੜ ਤੋਂ ਉੱਪਰ ਦੀ ਉਦੋਂ ਆਪਾਂ ਕਰ ਚੁੱਕੇ ਸੀਗੇ। ਤੋ ਕਰੀਬ ਉਸ ਤੋਂ ਬਾਅਦ ਵੀ 15 ਕੇਸਿਸ ਹੋਰ ਆ, ਐਗਜ਼ੈਕਟ ਨੰਬਰ ਨਹੀਂ ਹੁਣ ਮੈਨੂੰ ਯਾਦ, ਬਟ 15 ਕੇਸਿਸ ਹੋਰ ਆ, ਜਿਸ 'ਚ 7 ਕੇਸਿਸ ਅੰਮ੍ਰਿਤਸਰ ਰੂਰਲ ਪੁਲਿਸ ਨੇ 2 ਦਿਨ ਪਹਿਲਾਂ ਹੀ ਕੀਤੇ ਆ। ਸੋ ਇਹ ਲਗਾਤਾਰ ਆ, ਜਿੱਥੇ ਦੇਖੋ ਜਿੱਥੇ ਕਮਰਸ਼ੀਅਲ ਕੁਆਂਟੀਟੀ ਕਿਸੇ ਤੋਂ ਫੜੀ ਜਾਂਦੀ ਆ ਜਾਂ ਕੋਈ ਕਨਵਿਕਟਡ ਹੁੰਦਾ, ਹਰ ਕੇਸ ਦੇ ਵਿੱਚ ਹੀ ਇਹ ਦਿਸ਼ਾ ਨਿਰਦੇਸ਼ ਦਿੱਤੇ ਗਏ ਆ ਕਿ ਹਰ ਕੇਸ ਦੇ ਵਿੱਚ ਪ੍ਰਾਪਰਟੀ ਫੋਰਫੀਟ ਕੀਤੀ ਜਾਵੇ। ਸੋ ਉਹਦੇ 'ਚ ਵੀ ਰੈਵਨਿਊ ਡਿਪਾਰਟਮੈਂਟ ਦਾ ਵੀ ਯੋਗਦਾਨ ਚਾਹੀਦਾ ਹੁੰਦਾ ਪ੍ਰਾਪਰਟੀ ਆਇਡੈਂਟੀਫਾਈ ਕਰਨ ਵਾਸਤੇ, ਔਰ ਇਸੇ ਤਰ੍ਹਾਂ ਜਾਰੀ ਰਹੇਗਾ। ਬਹੁਤ ਸਾਰੀ ਆਲਰੇਡੀ ਪਾਈਪਲਾਈਨ ਦੇ ਵਿੱਚ ਬਹੁਤ ਸਾਰੇ ਕੇਸਿਸ ਜਿਹੜੇ ਆ ਉਹ ਸਾਡੇ ਕੰਪੀਟੈਂਟ ਅਥਾਰਟੀ ਕੋਲੇ ਗਏ ਹੋਏ ਆ ਔਰ ਕਰੀਬ 30 ਕਰੋੜ ਦੇ ਆਸ-ਪਾਸ ਦੀ ਆਲਰੇਡੀ ਜਿਹੜੀ ਪ੍ਰਾਪਰਟੀ ਫਰੀਜ਼ ਕੀਤੀ ਜਾ ਚੁੱਕੀ ਹੈ ਅਲੱਗ-ਅਲੱਗ ਜਗ੍ਹਾਵਾਂ 'ਤੇ। ਦੇਖੋ ਜਿਹੜਾ ਮੈਂ ਜਿੱਦਾਂ ਦੱਸਿਆ ਨਾ ਕਿ ਪੁਲਿਸ ਸਟੇਸ਼ਨ ਲੈਵਲ ਤੇ ਔਰ ਪੁਲਿਸ ਪੋਸਟ ਲੈਵਲ ਤੇ ਲੈ ਕੇ ਜਾਵਾਂਗੇ ਔਰ ਡਰੱਗ ਹੌਟ ਸਪੌਟਸ ਜਿਹੜੇ ਆ ਉਹਦੇ 'ਚ ਇਹ ਵੀ ਇੱਕ ਫੋਕਸ ਏਰੀਆ ਵਾ। ਈਵਨ ਇੱਥੇ ਤੱਕ ਵੀ ਅਸੀਂ ਸੋਚ ਰਹੇ ਹਾਂ ਕਿ ਕੈਮਿਸਟ ਜਿਹੜੇ ਨੇ ਉਹਨਾਂ ਨੂੰ ਵੀ ਆਪਣੇ ਨਾਲ ਇਸ ਮੁਹਿੰਮ 'ਚ ਸ਼ਾਮਲ ਕਰਕੇ ਜਿਹੜੇ ਉਹਨਾਂ ਦੇ ਵਿੱਚ ਕਈ ਜਿਹੜੇ ਗਲਤ ਕੰਮਾਂ ਦੇ ਵਿੱਚ ਇਨਵੋਲਵ ਆ ਉਹਨਾਂ ਦੇ ਖਿਲਾਫ ਸਪੈਸ਼ਲ ਕੈਂਪੇਨ ਚਲਾਈ ਜਾਵੇ, ਉਹ ਵੀ ਆਉਂਦੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗੀ। ਈਵਨ ਸੀਸੀਟੀਵੀ ਕੈਮਰਾਜ਼ ਲਗਾਉਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਕਈ ਜਗ੍ਹਾ 'ਤੇ। ਪਿਛਲੇ ਦਿਨਾਂ ਦੀ ਮੀਟਿੰਗ ਹੋਈ ਉਹਦੇ ਵਿੱਚ ਸਟਰਕਚਰ ਨੂੰ ਲੈ ਕੇ ਕਾਫੀ ਹੋਇਆ ਕਿ ਕਾਫੀ ਕਰੋੜ ਰੁਪਏ ਸਰਕਾਰ ਵੱਲੋਂ ਵੀ ਦਿੱਤੇ ਗਏ ਨੇ, ਕਿਉਂਕਿ ਸੀਸੀਟੀਵੀ ਦੀ ਗੱਲ ਕੀਤੀ ਹੈ, ਬਾਰਡਰ ਏਰੀਆ ਦੇ 5-6 ਕਿਲੋਮੀਟਰ ਔਰ ਸਟੈਂਸ਼ਨ ਦੀ ਵੀ ਗੱਲ ਕੀਤੀ ਗਈ ਹੈ। ਜਿਹੜੇ ਬਾਰਡਰ ਏਰੀਆ ਦੇ ਵਿਲੇਜਰ ਹੈ ਉਹਨਾਂ ਦੀ ਵੀ ਇੱਕ ਕਮੇਟੀ ਬਣਾਉਣ ਦੀ ਗੱਲ ਕੀਤੀ ਗਈ ਹੈ ਜੇ ਪੁਲਿਸ ਦੇ ਨਾਲ WhatsApp ਗਰੁੱਪ ਜਾਂ ਆਪਸ ਵਿੱਚ ਤਾਲਮੇਲ ਕੀਤਾ ਜਾਵੇ। ਦੇਖੋ ਜਿਹੜਾ ਤਾਂ ਬਾਰਡਰ ਏਰੀਆ ਦਾ ਉਹ ਇੱਕ ਅਲੱਗ ਪ੍ਰੋਜੈਕਟ ਆ, ਉਹਦੇ ਵਿੱਚ ਸੀਸੀਟੀਵੀਜ਼ ਹੈਗੇ ਬਾਰਡਰ ਏਰੀਆ ਦੇ ਵਿੱਚ ਐਂਡ ਉਹਦਾ ਮੇਨ ਫੋਕਸ ਜਿਹੜਾ ਉਹ ਸਿਕਿਉਰਿਟੀ ਹੈ, ਇੰਟਰਨਲ ਸਿਕਿਉਰਿਟੀ ਫੋਕਸ ਆ। ਔਰ ਉਹਦੇ ਵਿੱਚ ਜਿਹੜੀਆਂ ਕਮੇਟੀਜ਼ ਬਣਾਈਆਂ ਗਈਆਂ ਸੀ ਉਹ ਵਿਲੇਜ ਡਿਫੈਂਸ ਕਮੇਟੀਜ਼ ਬਣਾਈਆਂ ਗਈਆਂ ਜਿਹੜੀਆਂ ਕਿ ਬਾਰਡਰ ਏਰੀਆਜ਼ ਦੇ ਵਿੱਚ, ਜਦੋਂ ਆਪਾਂ ਫਾਜ਼ਿਲਕਾ ਤੋਂ ਸ਼ੁਰੂ ਕਰਕੇ ਫਿਰੋਜ਼ਪੁਰ, ਅੰਮ੍ਰਿਤਸਰ ਰੂਰਲ, ਤਰਨਤਾਰਨ, ਬਟਾਲਾ, ਗੁਰਦਾਸਪੁਰ, ਪਠਾਨਕੋਟ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਣਾਈ ਗਈ। ਸੋ ਮੇਨ ਫੋਕਸ ਉਹਦਾ ਜਿਹੜਾ ਉਹ ਇੱਕ ਤਾਂ ਕ੍ਰਾਸ ਬਾਰਡਰ ਸਮਗਲਿੰਗ ਨੂੰ ਰੋਕਣ ਵਾਸਤੇ ਔਰ ਇੱਕ ਇੰਟਰਨਲ ਸਿਕਿਉਰਿਟੀ ਜਿਹੜੀ ਹੈ ਸਾਡੀ ਸਿਕਿਉਰਿਟੀ ਉਹਨੂੰ ਮਜ਼ਬੂਤ ਕਰਨ ਵਾਸਤੇ ਆ। ਸੋ ਉਹ ਚੱਲ ਹੀ ਰਿਹਾ ਵਾ। ਇਹ ਜਿਹੜਾ ਅਸੀਂ ਹੁਣ ਜਿਹੜਾ ਇਹ ਕੈਂਪੇਨ ਚਲਾਇਆ ਇਹਦਾ ਫੋਕਸ ਸਿਰਫ ਤੇ ਸਿਰਫ ਡਰੱਗਸ ਦੇ ਉੱਤੇ ਹੋਏਗਾ। ਨਹੀਂ ਦੇਖੋ ਉਹ ਜੀ ਦੇਖੋ ਉਹ ਪਾਈਪਲਾਈਨ 'ਚ ਆ ਜੇ ਉਹ, ਕਿਉਂਕਿ ਹੁਣ ਅਸੀਂ ਜਿਹੜਾ ਇਹ ਲਾਸਟ ਮੰਡੇ ਨੂੰ ਮੀਟਿੰਗ ਕੀਤੀ ਸੀਗੀ ਤੇ ਲਿਸਟ ਦੁਬਾਰਾ ਬਣਾ ਰਹੇ ਹਾਂ ਸਾਰਿਆਂ ਦੀਆਂ ਜਿਨ੍ਹਾਂ ਨੂੰ ਡੀਡਿਕਟ ਕਰਾਉਣਾ ਹੈ। ਬਟ ਇਹ ਨੰਬਰ ਜਿਹੜੇ ਆ ਨਾ ਜੀ ਥੋੜਾ ਸੈਂਸਿਟਿਵ ਇਸ਼ੂ ਹੈ, ਆਪਾਂ ਨਾ ਡਿਸਟ੍ਰਿਕਟ ਵਾਈਜ਼ ਨਾ ਯੂਨਿਟ ਵਾਈਜ਼ ਇਹਨੂੰ ਸ਼ੇਅਰ ਨਹੀਂ ਕੀਤਾ ਜਾ ਸਕਦਾ। ਜਿਹੜਾ ਡੀਕ੍ਰਿਮੀਨਲਾਈਜੇਸ਼ਨ ਦੀ ਗੱਲ ਕਰਦੇ ਆ ਉਹਦੇ ਤੇ ਵੀ ਵਿਚਾਰ ਕੀਤਾ ਜਾ ਰਿਹਾ, ਪਲੱਸ ਅਦਰਵਾਈਜ਼ ਆਲਰੇਡੀ NDPS ਐਕਟ ਦੇ ਵਿੱਚ 64A NDPS ਐਕਟ ਸੈਕਸ਼ਨ ਹੈਗਾ ਹੈ ਜਿਹਦੇ ਵਿੱਚ ਜੇ ਕੋਈ ਬੱਚਾ ਜਿਹੜਾ ਹੈ ਜਾਂ ਜੇ ਕੋਈ ਕੰਜ਼ਿਊਮਰ ਆ ਉਹ ਇਨਵਿਟ ਕਰਦਾ ਹੈ ਤਾਂ ਉਹ ਪਨਿਸ਼ਮੈਂਟ ਤੋਂ ਮਾਫੀ ਦਾ ਪ੍ਰੋਵੀਜ਼ਨ ਹੈਗਾ ਉਹਦੇ ਵਿੱਚ। ਪਰ ਫਰਦਰ ਹੋਰ ਵੀ ਇਹਨੂੰ ਐਗਜ਼ਾਮਿਨ ਕੀਤਾ ਜਾ ਰਿਹਾ ਹੈ ਇਸ ਚੀਜ਼ ਨੂੰ। 64A ਤਾਂ ਆਲਰੇਡੀ ਅਡਾਪਟਡ ਹੈ ਜੀ, ਕੋਈ ਵੀ ਆਪਟ ਕਰ ਸਕਦਾ ਉਹਦੇ ਵਿੱਚ। ਜਦੋਂ ਕਿਸੇ ਤੋਂ ਸਮਾਲ ਕੁਆਂਟੀਟੀ 'ਚ ਕੋਈ ਵੀ ਡਰੱਗ ਫੜਿਆ ਜਾਂਦਾ ਹੈ ਉਹਦੇ ਕੋਲੇ ਇੱਕ ਆਪਸ਼ਨ ਹੁੰਦੀ ਆ, ਜੇ ਉਹ ਉਸ ਚੀਜ਼ ਨੂੰ ਮੰਨ ਕੇ
ਔਰ ਚਾਹਵੇ ਕਿ ਮੈਨੂੰ ਅੱਗੇ ਤੋਂ ਨਹੀਂ ਕਰਾਂਗਾ, ਮੁਆਫੀ ਦਿੱਤੀ ਜਾਵੇ। 64A NDPS ਐਕਟ ਦੇ ਵਿੱਚ ਪ੍ਰੋਵੀਜ਼ਨ ਹੈ ਬਕਾਇਦਾ। ਉਹ ਘੱਟ ਅਜੇ ਕਰਦੇ ਆ, ਘੱਟ ਕਰਦੇ ਆ ਆਪਟ, ਬਟ ਅਸੀਂ ਹੋਰ ਲੋਕਾਂ ਨੂੰ ਮੋਟੀਵੇਟ ਕਰਾਂਗੇ ਕਿ ਉਹਨੂੰ ਆਪਟ ਕੀਤਾ ਜਾਵੇ ਇਸ ਚੀਜ਼ ਨੂੰ। ਉਹਦੇ ਵਿੱਚ ਇਹ ਆ, ਦੇਖੋ ਜੀ, ਜਦੋਂ ਕਿਸੇ ਦੀ ਡੈਥ ਹੁੰਦੀ ਹੈ ਜਾਂ ਹੋਈ ਬੱਚੇ ਦੀ, ਤਾਂ ਉਹ ਸਪਲਾਇਰ ਦਾ ਵੀ ਉਹ 'ਚ ਅਸੀਂ ਕਸੂਰ ਮੰਨਦੇ ਹਾਂ। ਜਦੋਂ ਅਸੀਂ ਬੈਕਵਰਡ ਲਿੰਕੇਜ ਵੱਲ ਨੂੰ ਤੁਰਦੇ ਹਾਂ, ਕਿੱਥੋਂ ਲੈ ਕੇ ਆਇਆ ਸੀਗਾ, ਕਿਹੜੇ ਲੋਕ ਇਸ ਚੀਜ਼ ਵਾਸਤੇ ਜ਼ਿੰਮੇਵਾਰ ਆ, ਉਹਨਾਂ ਦੇ ਖਿਲਾਫ 304 ਇਨਵੋਕ ਹੋ ਸਕਦੀ ਹੈ। ਕਿਉਂਕਿ 304 ਦਾ ਮੇਨ ਸੈਕਸ਼ਨ ਇਹ ਹੈ ਕਿ ਨੌਲੇਜ ਆ ਕਿ ਜਿਹੜਾ ਮੇਰਾ ਐਕਟ ਆ, ਇਟ ਕੈਨ ਲੀਡ ਟੂ ਡੈਥ। ਸੋ ਉਸ ਚੀਜ਼ ਦੇ ਵਿੱਚ ਆਪਾਂ ਇੰਪੋਜ਼ ਕਰ ਸਕਦੇ ਹਾਂ। ਕੀਤੇ ਆ ਜੀ, ਅਸੀਂ ਕਈ ਕੇਸਿਸ ਦੇ ਵਿੱਚ ਕੀਤੇ ਆ। ਐਗਜ਼ੈਕਟ ਨੰਬਰ ਮੈਨੂੰ ਨਹੀਂ ਪਤਾ, ਬਟ ਕਈ ਕੇਸਿਸ ਦੇ ਵਿੱਚ ਹੋਏ ਆ ਇਨਵੋਕ। और जो कंटोनमेंट एरिया है वहाँ के डॉक्यूमेंट भी उसने प्रोवाइड करवाए थे, वहाँ पर ऐसा कुछ खुलासा हुआ? वो अभी उसकी इन्वेस्टिगेशन चल रही है, बट एक फ्रेश केस पटियाला पुलिस ने उसके अगेंस्ट ऑफिशियल सीक्रेट एक्ट का भी रजिस्टर किया है। बाकी फर्दर और उनके फ़ोन जो है उसको फोरेंसिक एग्जामिनेशन वगैरह के लिए वो भेजा जा रहा है फ़ोन, तो फर्दर इन्वेस्टिगेशन में पता चलेगा। नहीं, वो इदा का कोई साड़ी नॉलेज है नहीं है। नहीं, ऐसा कुछ नहीं है। नहीं, ऐसा कुछ है नहीं। नहीं, ऐसा कुछ नहीं है। ड्रग ओवरडोज केसेस ਦੇ ਵਿੱਚ ਦੇਖਣ ਨੂੰ ਆਉਂਦਾ, ਹੈਲਥ ਆਫੀਸਰਸ ਨਾਲ ਵੀ ਅਸੀਂ ਗੱਲ ਕਰਦੇ ਨੇ ਕਿ ड्रग ओवरडोज ਦੇ ਕੇਸਿਸ ਨੂੰ ਐਸਟੈਬਲਿਸ਼ ਕਰਨਾ ਬੜਾ ਮੁਸ਼ਕਿਲ ਹੋ ਰਿਹਾ ਹੈ। ड्रग ओवरडोज ਦੇ ਕੇਸਿਸ ਨੂੰ ਕਿੱਦਾਂ ਸਰਕਾਰ ਮੋਨੀਟਰ ਕਰ ਰਹੀ ਹੈ ਕਿ ਐਕਚੁਅਲੀ ड्रग ओवरडोज ਦਾ ਕੇਸ ਹੈ? ਬਹੁਤ ਸਾਰੇ ਕੇਸਿਸ ਦੇਖੋ, ਇਹਦੇ ਵਿੱਚ ਨਾ ਬਹੁਤ ਸਾਰਾ ਸੁਸਾਇਟੀ ਦਾ ਵੀ ਰੋਲ ਆ, ਉਹਨਾਂ ਨੂੰ ਵੀ ਉਹਨਾਂ ਦੀ ਵੀ ਕੋਆਪਰੇਸ਼ਨ ਚਾਹੀਦੀ ਹੈ। ਜਿੱਥੇ ਵੀ ਸਸਪੀਸ਼ੀਅਸ ਡੈਥ ਹੁੰਦੀ ਹੈ, ਜੇ ਪ੍ਰੋਪਰ ਪੋਸਟਮਾਰਟਮ ਹੋ ਕੇ ਕੈਮੀਕਲ ਐਗਜ਼ਾਮੀਨਰ ਕੋ ਭੇਜ ਕੇ ਜੇ ਉਹਦੀ ਫੋਰੈਂਸਿਕ ਔਰ ਕੈਮੀਕਲ ਐਗਜ਼ਾਮੀਨੇਸ਼ਨ ਹੋ ਜਾਵੇ ਪ੍ਰੋਪਰਲੀ, ਤਾਂ ਆਪਾਂ ਸਟੈਬਲਿਸ਼ ਕਰ ਸਕਦੇ ਹਾਂ। ਸੈਕੰਡ ਹੁੰਦਾ ਹੈ ਕਿ ਇਨਵੈਸਟੀਗੇਸ਼ਨ ਬੇਸਡ, ਕਿ ਜੇ ਬੱਚੇ ਦੀ ਕਿਸੇ ਦੀ ਡੈਥ ਹੋਈ ਹੈ ਤਾਂ ਉਹਦੀ ਇਨਵੈਸਟੀਗੇਸ਼ਨ ਪ੍ਰੋਪਰ ਹੋ ਜੇ ਕਿ ਇਮੀਡੀਏਟ ਕਾਜ਼ ਕੀ ਸੀਗਾ ਉਹਦਾ। ਸੋ ਹਰ ਡੈਥ ਕੇਸ ਹੈ, ਜਿੱਦਾਂ ਮੈਂ ਦੱਸਿਆ, ਹਰ ਡੈਥ ਕੇਸ ਜਿਹੜਾ ਸਸਪੈਕਟਡ ਓਵਰਡੋਜ਼ ਦਾ ਡੈਥ ਕੇਸ ਹੁੰਦਾ ਹੈ, ਉਹਦੀ ਪ੍ਰੋਪਰ ਫੋਰੈਂਸਿਕ ਕੈਮੀਕਲ ਐਗਜ਼ਾਮੀਨੇਸ਼ਨ ਕਰਾ ਕੇ, ਪੋਸਟਮਾਰਟਮ ਪ੍ਰੋਪਰਲੀ ਕਰਵਾ ਕੇ, ਹਰ ਤੱਥ ਨੂੰ ਐਗਜ਼ਾਮਿਨ ਕਰਕੇ ਉਹਦੀ ਤਹਿ ਤੱਕ ਪਹੁੰਚਿਆ ਜਾਏਗਾ ਕਿ ਕੀ ਕਾਰਨ ਸੀ। ਨਹੀਂ, ਕਾਫੀ ਕੇਸਿਸ 'ਚ ਹੁੰਦਾ ਹੈ, ਤਦੇ ਹੀ ਜਿਹੜਾ ਨੰਬਰ ਆ ਉਹ ਡਿਕਰੀਜ਼ ਹੋਏ ਆ, ਔਰ ਓਵਰ ਏ ਪੀਰੀਅਡ ਆਫ ਟਾਈਮ ਡਿਕਰੀਜ਼ ਹੋ ਵੀ ਰਹੇ ਆ, ਔਰ ਹੋਰ ਇਸ 'ਤੇ ਕੰਮ ਹੋ ਰਿਹਾ ਹੈ। ਜਿੱਦਾਂ 2 ਦਿਨ ਪਹਿਲਾਂ ਜਿਹੜੇ 15 ਕਿਲੋ ਹੀਰੋਇਨ ਰਿਕਵਰ ਕੀਤੀ ਹੈ, ਉਹੀ ਦੁਬਾਰਾ ਘੁੰਮ ਫਿਰ ਕੇ ਉਹੀ ਗੱਲ ਹੈ ਕਿ ਜੇਲ੍ਹ 'ਚ ਬੈ ਕੇ ਸਾਰਾ ਮਾਸਟਰਮਾਈਂਡ, ਕਿਉਂਕਿ ਜੇਲ੍ਹ 'ਚ ਬੈ ਕੇ ਪੂਰਾ ਮਾਸਟਰਮਾਈਂਡ ਕਰ ਰਿਹਾ ਸੀਗਾ, ਆਪਸ 'ਚ ਸਾਰਾ ਪੂਰਾ ਇਹ ਕਿਸ ਤਰ੍ਹਾਂ ਗਰਾਊਂਡ ਜ਼ੀਰੋ ਤੇ ਅਸੀਂ ਕਾਫੀ ਕੁਝ ਕਹਿੰਦੇ ਹਾਂ। ਦੇਖੋ, ਇਹਦਾ ਜਿਹੜਾ ਰਾਠੀ ਜੀ, ਇਹ ਪ੍ਰੋਐਕਟਿਵ ਪੁਲਿਸਿੰਗ ਦੇ ਨਾਲ ਹੀ ਹੁੰਦਾ ਹੈ। ਹੁਣ ਜਿੱਦਾਂ ਇਸ ਕੇਸ ਦੇ ਵਿੱਚ ਆਪਾਂ ਕਾਫੀ ਅਕਿਊਜ਼ਡ ਫੜੇ ਆ, ਜਿਹੜਾ ਉਹ ਬੰਦਾ ਜਿਹੜਾ ਜੇਲ੍ਹ ਦੇ ਵਿੱਚ ਆ, ਫਰੀਦਕੋਟ ਜੇਲ੍ਹ 'ਚ, ਉਹਨੂੰ ਪ੍ਰੋਡਕਸ਼ਨ ਵਾਰੰਟ ਤੇ ਵੀ ਲਿਆਂਦਾ ਜਾਏਗਾ। ਸੋ ਇਹਦੇ ਲਈ ਦੋਨੇ ਟੂ ਪ੍ਰੋਂਗਡ ਹੀ ਹੈ ਕਿ ਇੱਕ ਤਾਂ ਜਿਹੜਾ ਬਾਰਡਰ ਤੇ ਸਰਵੇਲੈਂਸ ਪ੍ਰੋਪਰਲੀ ਹੋਵੇ, ਕਿ ਡਰੋਨ ਤੇ ਜਿੱਦਾਂ ਅਸੀਂ ਹੁਣ ਕੀਤਾ ਹੈ, ਈਵਨ ਡਰੋਨ ਦੇ ਵਾਸਤੇ ਇੱਕ ਡੀਜੀਪੀ ਸਾਹਿਬ ਨੇ ਇੱਕ ਕਮੇਟੀ ਵੀ ਬਣਾਈ ਹੈ ਜਿਹੜੀ ਸਾਰੇ ਤੱਥ, ਸਾਰੇ ਪਹਿਲੂ ਐਗਜ਼ਾਮਿਨ ਕਰ ਰਹੀ ਹੈ ਵੀ ਉਹਨੂੰ ਕਿਵੇਂ ਹੋਰ ਇਫੈਕਟਿਵ ਕੀਤਾ ਜਾਵੇ। ਸੈਕੰਡ ਆ, ਜੇਲ੍ਸ ਦੇ ਵਿੱਚ ਵੀ ਹੋਰ ਸਖਤੀ ਕੀਤੀ ਜਾਊਗੀ, ਪ੍ਰਿਜ਼ਨ ਡਿਪਾਰਟਮੈਂਟ ਨਾਲ ਤਾਲਮੇਲ ਕਰਕੇ ਇਸ ਇਸ਼ੂ ਤੋਂ ਹੀ ਕਈ ਲਰਨਿੰਗ ਲੈਸਨਸ ਮਿਲਣਗੇ ਕਿ ਕਿਵੇਂ ਹੋਇਆ, ਕਿੱਦਾਂ ਉਹਦੇ ਤੱਕ ਪਹੁੰਚਿਆ, ਕਿੱਦਾਂ ਫੋਨ ਪਹੁੰਚਿਆ। ਸੋ ਇਹਨੂੰ ਇੱਕ ਕੇਸ ਸਟੱਡੀ ਤੌਰ ਤੇ ਬਣਾ ਕੇ ਹੋਰ ਸਖਤੀ ਕੀਤੀ ਜਾਵੇ। ਉਹਦਾ ਵੀ ਦੇਖੋ, ਹੁਣ ਤੱਕ ਜੇ ਕਿਸੇ ਦੀ ਕੋਈ ਵੀ ਸ਼ਮੂਲੀਅਤ ਕਿਸੇ ਵੀ ਤਰੀਕੇ ਦੀ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਆਈ ਆ, ਉਹਦੀ ਇੱਕੋ ਹੀ ਸਜ਼ਾ ਡਿਸਮਿਸਲ ਹੀ ਹੈ ਸਰਵਿਸ ਤੋਂ। ਤੁਸੀਂ ਦੇਖਿਆ ਬੜੀ ਸਖਤ ਕਾਰਵਾਈ ਕੀਤੀ ਗਈ ਹੈ। ਔਰ ਸੈਕੰਡ ਜਿਹੜੀ ਮੈਂ ਗੱਲ ਕਰ ਰਿਹਾ, ਜਿਹੜੀ ਇਹ ਮਲਟੀ ਪ੍ਰੋਂਗਡ ਸਟ੍ਰੈਟਜੀ ਅਸੀਂ ਬਣਾਈ ਆ, ਉਹਦੇ 'ਚ ਸਾਰੇ ਪਹਿਲੂ ਜਿਹੜੇ ਆ ਤੱਥੇ ਨਜ਼ਰ ਰੱਖੇ ਜਾਣਗੇ। नहीं, अभी जी अभी देखो, अमरीक सिंह वाला जो केस है उसमें अभी FIR अभी आज ही रजिस्टर की है पटियाला पुलिस ने रिगार्डिंग दी फ़ोन में जो इंक्रिमिनेटिंग कुछ मटेरियल मिला है, तो वो इन्वेस्टिगेशन में ही पता चलेगा फर्दर आगे कि उसका किसी के साथ लिंक है या नहीं है, या क्या और फैक्ट्स हैं उसके।
सेकंड, जेल वाला जो इशू है उसमें पहले से काफ़ी कमी आई है इस चीज़ में, लेकिन अभी जो रिसेंटली जो केस हुआ है, जो अभी हमारे स्पेशल सेल ने जो लोग अरेस्ट किए हैं जिसका फरीदकोट जेल से लिंक जुड़ा है, तो उसको भी एक केस स्टडी मान के हम काम करेंगे कि फर्दर उसमें क्या लूप होल्स क्या थे और उसको प्लग करने के लिए, उसको और इफेक्टिव करने के लिए क्या कर सकते हैं हम अपनी तरफ से। वाली बात है जो सवाल इधर पूछा गया जी 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 स्पेसिफिकली कोई अलर्ट का पंजाब पुलिस नहीं, अभी हमारी नॉलेज में या कहीं पे ऑफिशियली ऐसी चीज़ नहीं आई है। अगर आएगी तो हमारा साइबर सेल पूरी तरह से कॉम्पिटेंट है इस चीज़ को डील करने के लिए। नहीं, अभी पता ही नहीं जी, नहीं ऐसा कुछ पता नहीं है ना जी अभी। अगर ऑफिशियली जहाँ साइबर सेल को वी कैन से कि इसको एग्जामिन कर लें कि क्या ऐसा कोई ऐसे फैक्ट्स आए हैं सामने। सर जलंधर वाले इशू ने ਹੁਣ तक ਕੀ ਲਿਖਾ ਹੈ ਐਸਐਚਓ ਨਵਦੀਪ ਸਿੰਘ ਹੋਰ ਵੀ ਦੋ ਜਿਹੜੇ ਪੁਲਿਸ ਮੁਲਾਜ਼ਮ ਹੈ ਉਹਨਾਂ ਦੇ ਮਾਮਲਾ ਤਾਂ ਦਰਜ ਹੋ ਗਿਆ, ਲੇਕਿਨ ਪਰਿਵਾਰ ਕਹਿ ਰਿਹਾ ਸੀ ਕ੍ਰਿਮੀਨੇਸ਼ਨ ਨਹੀਂ ਕਰਨਾ ਜਦ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ। ਦੇਖੋ ਉਹਦੇ ਜੀ ਜੀ ਉਹਦੇ ਵਿੱਚ ਜਿਹੜੀ ਐਫ ਆਈ ਆਰ ਦਰਜ ਕਰ ਦਿੱਤੀ ਹੈ, 3 ਅਫੀਸ਼ੀਅਲਸ ਤੇ ਐਫ ਆਈ ਆਰ ਦਰਜ ਹੋਈ ਹੈ, ਇੱਕ ਇੰਸਪੈਕਟਰ ਨਵਦੀਪ ਤੇ, ਇੱਕ ਏਐਸਆਈ ਤੇ ਇੱਕ ਲੇਡੀ ਕਾਂਸਟੇਬਲ ਦੇ ਉੱਤੇ, ਔਰ ਇਨਵੈਸਟੀਗੇਸ਼ਨ ਕਰ ਰਿਹਾ। ਐਲਓਸੀ ਇਸ਼ੂ ਕਰਾ ਦਿੱਤੀ ਗਈ ਹੈ ਜਿਹੜਾ ਇੰਸਪੈਕਟਰ ਨਵਦੀਪ ਆ। ਸੋ ਜੋ ਸਟੈਪਸ ਫਰਦਰ ਇਨਵੈਸਟੀਗੇਸ਼ਨ 'ਚ, ਕਿਉਂਕਿ ਉਹ ਲੋਕਲ ਪੁਲਿਸ ਇਨਵੈਸਟੀਗੇਟ ਕਰ ਰਹੀ ਆ, ਜੋ ਫੈਕਟਸ ਹੋਣਗੇ, ਜੋ ਕਾਰਵਾਈ ਹੋਊਗੀ, ਜੋ ਇਫੈਕਟਿਵ ਲੀਗਲ ਐਕਸ਼ਨ ਬਣਦਾ ਹੋਏਗਾ ਉਹਦੇ ਵਿੱਚ। Sir, there are certain people who are sitting in Pakistan and involved in drugs completely. So have you identified their properties for the further process, or if you have done it, can you please give me the numbers? नहीं, उसमें ऐसा है कि जो प्रॉपर्टीज़ कमर्शियल क्वांटिटी में जो इन्वॉल्वमेंट होती है ना, इसका एक प्रोसीजर है। किसी की अगर कमर्शियल क्वांटिटी जो ड्रग्स में अगर इन्वॉल्वमेंट है तो उसकी प्रॉपर्टी फ्रीज करने का प्रोविज़न है सेक्शन 68 एक्ट में। तो जितने केसेस हमारे हो रहे हैं कमर्शियल क्वांटिटी के, सारे केसेस में ही हम प्रॉपर्टी आइडेंटिफाई कर रहे हैं। उसमें कोई यहाँ बैठा है या कहीं और बैठा है, लेकिन जिसकी इन्वॉल्वमेंट है इस केस में, सबकी प्रॉपर्टी आइडेंटिफाई करके फ्रीज करवाई जाएगी और वो प्रोसेस चल रहा है ऑलरेडी। So can you please reveal the name that who are sitting across the border involved? नहीं, ऐसा मेरे पास अभी ना तो ऐसी इंफॉर्मेशन है और सिक्योरिटी बेसिस पे शेयर भी नहीं की जा सकती ऐसी इंफॉर्मेशन। सर एक ਜਿਹੜਾ ਦੇਖੋ ਇਹਦੇ ਵਿੱਚ ਪਹਿਲਾਂ ਮੈਂ ਤੁਹਾਨੂੰ ਲੀਗਲ ਪੋਜੀਸ਼ਨ ਦੱਸ ਦਿੰਦਾ ਹੈ ਕਿ ਜਿੱਥੇ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੁੰਦੀ ਆ ਉੱਥੇ 180 ਦਿਨ ਦੇ ਵਿੱਚ ਚਾਰਜ ਸ਼ੀਟ ਕਰਨਾ ਹੁੰਦਾ ਹੈ। ਜਿੱਥੇ ਨਾਨ ਕਮਰਸ਼ੀਅਲ ਕੁਆਂਟੀਟੀ ਦੀ ਹੁੰਦੀ ਆ ਉੱਥੇ ਕਈ ਥਾਵਾਂ ਤੇ 60 ਦਿਨ ਦਾ ਟਾਈਮ ਹੁੰਦਾ ਹੈ। ਤਾਂ ਉਹ ਪੀਰੀਅਡ ਦੇ ਵਿੱਚ ਚਲਾਨ ਕੋਰਟ 'ਚ ਦੇਣਾ ਹੁੰਦਾ ਹੈ। ਜੇ ਪੁਲਿਸ ਚਲਾਨ ਕੋਰਟ 'ਚ ਉਸ ਸਮੇਂ ਦੇ ਦੌਰਾਨ ਨਹੀਂ ਦਿੰਦੀ ਤਾਂ ਉਸ ਬੰਦੇ ਦੀ ਜਿਹੜਾ ਸਮਗਲਰ ਆ ਉਹਦੀ ਬੇਲ, ਡਿਫਾਲਟ ਬੇਲ ਆਪਾਂ ਉਹਨੂੰ ਕਹਿੰਦੇ, ਬੇਲ ਹੋ ਜਾਂਦੀ ਆ। ਸੋ ਇਸ ਚੀਜ਼ ਨੂੰ ਇਨਸ਼ੋਰ ਕਰਨ ਵਾਸਤੇ ਪਿਛਲਾ ਅਸੀਂ 2017 ਤੋਂ ਸਾਰਾ ਰਿਕਾਰਡ ਐਗਜ਼ਾਮਿਨ ਕੀਤਾ ਸੀ। ਜਿੱਥੇ ਕਾਰਵਾਈ ਨਹੀਂ ਹੋਈ ਸੀ ਕਿਸੇ ਦੇ ਖਿਲਾਫ, ਕਾਫੀ ਕੇਸਿਸ ਦੇ ਵਿੱਚ ਆਲਰੇਡੀ ਕਾਰਵਾਈ ਹੋਈ ਆ ਇਨਵੈਸਟੀਗੇਟਿੰਗ ਆਫੀਸਰਸ ਦੇ ਖਿਲਾਫ। ਜਿੱਥੇ ਨਹੀਂ ਹੋਈ ਉੱਥੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਆ ਔਰ ਜਿਹੜਾ ਹਲਕਾ ਡੀਐਸਪੀ ਆ ਉਹਨਾਂ ਨੂੰ ਵੀ ਨੋਟਿਸ ਦਿੱਤੇ ਗਏ, ਉਹਨਾਂ ਦੇ ਖਿਲਾਫ ਵੀ ਕਾਰਵਾਈ ਦੀ ਜਿਹੜੀ ਆ ਵਿਚਾਰ ਕੀਤਾ ਜਾ ਰਿਹਾ ਜਿੱਥੇ ਕਾਰਵਾਈ ਨਹੀਂ ਹੋਈ ਸੀਗੀ। ਫਿਊਚਰ ਦੇ ਵਿੱਚ ਇਸ ਚੀਜ਼ ਨੂੰ ਇਨਸ਼ੋਰ ਕੀਤਾ ਗਿਆ ਮੋਨੀਟਰਿੰਗ ਕਰਕੇ ਕਿ ਕਿਸੇ ਦੀ ਵੀ ਡਿਫਾਲਟ ਬੇਲ ਨਾ ਹੋਵੇ। ਉਹਦੇ ਲਈ ਵੀ ਸੰਬੰਧਿਤ ਜਿਹੜੇ ਐਸਐਸਪੀ ਸੀਪੀਜ਼ ਨੂੰ ਡੀਜੀਪੀ ਸਾਹਿਬ ਵੱਲੋਂ ਨਿਰਦੇਸ਼ ਦਿੱਤੇ ਗਏ ਐਂਡ ਫਿਊਚਰ 'ਚ ਅਸੀਂ ਇਨਸ਼ੋਰ ਵੀ ਕਰਾਂਗੇ ਕਿ ਕਿਸੇ ਨੂੰ ਇਸ ਚੀਜ਼ ਦਾ ਬੈਨੀਫਿਟ ਨਾ ਮਿਲੇ। ਸਰ, ਕੌਮੀ ਇਨਸਾਫ ਮੋਰਚਾ ਨੂੰ ਇੱਕ ਪਾਸੇ ਵੋਟ ਖੋਲ੍ਹਣ ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਦੇ ਨਾਲ, ਉਹਦੇ ਉੱਤੇ ਕੀ ਅਪਡੇਟ ਹੈ? ਨਹੀਂ, ਉਹਦੇ ਬਾਰੇ ਮੈਨੂੰ ਨਹੀਂ ਪਤਾ ਹੈਗਾ, ਉਹ ਤੁਹਾਨੂੰ ਮੋਹਾਲੀ ਦੇ ਜਿਹੜੇ ਅਫੀਸ਼ੀਅਲਸ ਆ ਉਹ ਬੈਟਰ ਦੱਸ ਸਕਦੇ ਇਸ ਚੀਜ਼ ਬਾਰੇ। Sir, can you please repeat the point of 304 in IPC? 304 ऐसा 304 is a section in which person has the knowledge that his act can lead to death. So in cases of drug overdose, it is assumed that the person who has supplied drugs, he knew that his act can lead to death of somebody. So in every case of overdose death, we will investigate the role of the suppliers, and in case it is established on preliminary basis, then the supplier can be booked under 304 IPC. He will be booked, arrested, and we will ensure that he is punished also. ਹੋਰ ਨਵੀਆਂ ਖਬਰਾਂ ਦੇਖਣ ਦੇ ਲਈ ਸਬਸਕ੍ਰਾਈਬ ਕਰੋ PBX ਨਿਊਜ਼ ਦਾ ਅਫੀਸ਼ੀਅਲ YouTube ਚੈਨਲ।